ਚੰਦ ਦਿਨ ਪਹਿਲੇ ਪਾਕਿਸਤਾਨ ਨੂੰ ਇੱਕ ਬੰਦੇ ਦਾ ਫੋਨ ਆਇਆ, ਕਹਿੰਦਾ ਭਾਜੀ ਪਾਕਿਸਤਾਨ ਦੇ ਹਾਲਾਤ ਬਹੁਤ ਖਰਾਬ ਹੋ ਗਏ। ਮੈਂ ਕਿਹਾ ਅੱਲਾ ਖੈਰ ਕਰੇ, ਕੀ ਗੱਲ ਹੋ ਗਈ? ਕਹਿੰਦਾ ਭਾਈ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਆ, ਮੋਟਰਸਾਈਕਲ ਲੈ ਕੇ ਬਾਹਰ ਨਿਕਲਦੇ ਚਲਾਨ ਹੋ ਜਾਂਦਾ, ਹੈਲਮਟ ਲਿਆ ਵੀ ਹੋਵੇ ਪੁਲਿਸ ਵਾਲੇ ਜਿਹੜੇ ਕਿ ਬਹਾਨਿਆਂ ਕੋਈ ਨਾ ਕੋਈ ਤਲਾਸ਼ ਕਰਕੇ ਤੇ ਚਲਾਨ ਕਰ ਦਿੰਦੇ ਆ। ਤੇ ਪਾਕਿਸਤਾਨ ਦੇ ਵਿੱਚ ਰਹਿਣਾ ਜਿਹੜਾ ਕਿ ਨਹੀਂ ਉਹ ਬੜਾ ਔਖਾ ਹੋ ਚੁੱਕਿਆ। ਸਮਝ ਨਹੀਂ ਆਉਂਦੀ ਵੀ ਕੀ ਕਰੀਏ। ਮੈਂ ਕਿਹਾ ਕਰਨਾ ਕੀ ਆ, ਸੁਬਾਹ ਉੱਠ ਕੇ ਆਪਦੇ ਮਨਪਸੰਦ ਨਾਅਰੇ ਮਾਰਿਆ ਕਰੋ। ਕਹਿੰਦਾ ਇਹਨਾਂ ਕੀ ਹੋਊਗਾ? ਮੈਂ ਕਿਹਾ ਤੁਹਾਡੀ ਤਵੱਜੋ ਹੋਰ ਪਾਸੇ ਚਲੀ ਜਾਊਗੀ, ਮਹਿੰਗਾਈ ਤੁਹਾਨੂੰ ਮਹਿਸੂਸ ਨਹੀਂ ਹੋਊਗੀ। ਰੋਂਦੇ ਹੋਏ ਬੱਚੇ ਨੂੰ ਚੁੱਪ ਕਰਾਉਣ ਦਾ ਸੌਖਾ ਆਸਾਨ ਤਰੀਕਾ ਇਹ ਆ ਕਿ ਬੱਚੇ ਦਾ ਦਿਮਾਗ ਹੋਰ ਪਾਸੇ ਲਾ ਦਿਓ। ਬੱਚੇ ਦੇ ਹੱਥ 'ਚ ਕੋਈ ਖਿਡੌਣਾ ਫੜਾ ਦਿਓ, ਉਹਨੂੰ ਕੋਈ ਸਟੋਰੀ ਸੁਣਾਉਣ ਲੱਗ ਪਵੋ, ਉਹਨੂੰ ਕੋਈ ਲਾਲਚ ਦੇ ਦਿਓ। ਬੱਚੇ ਦੇ ਹੱਥ 'ਚ ਛੁੰਛਣਾ ਫੜਾ ਦਿਓ ਤਾਂ ਕਿ ਉਹ ਖੇਲਣ ਲੱਗ ਪਵੇ ਅਤੇ ਉਹ ਰੋਣਾ ਧੋਣਾ ਆਪਦਾ ਖ਼ਤਮ ਕਰਕੇ ਤੇ ਹੱਸਣ ਖੇਡਣ ਲੱਗ ਪਵੇ। ਜਦ ਦਾ ਪਾਕਿਸਤਾਨ ਬਣਿਆ, ਪਾਕਿਸਤਾਨੀ ਆਵਾਮ ਦੇ ਹੱਥ ਦੇ ਵਿੱਚ ਇਹੀ ਛੁੰਛਣਾ ਫੜਾਇਆ ਗਿਆ। ਕਦੀ ਕਿਹਾ ਗਿਆ ਕਿ ਅਸੀਂ ਦੁਨੀਆ ਨੂੰ ਲੀਡ ਕਰਨਾ, ਕਸ਼ਮੀਰ ਆਜ਼ਾਦ ਕਰਾਉਣਾ, ਫਲਸਤੀਨ ਆਜ਼ਾਦ ਕਰਾਉਣਾ। ਰਸ਼ੀਆ ਗਰਮ ਪਾਣੀਆਂ ਤਾਈਂ ਪਹੁੰਚਣਾ ਚਾਹੁੰਦਾ, ਅਸੀਂ ਤਾਲਿਬਾਨ ਦੇ ਨਾਲ ਰਲ ਕੇ ਜਹਾਦ ਕਰਨਾ। ਅਤੇ ਕਦੀ ਅਸੀਂ ਤਾਲਿਬਾਨ ਨੂੰ ਖ਼ਤਮ ਕਰਨਾ, ਉਹ ਦਹਿਸ਼ਤਗਰਦ ਆ। ਕਦੀ ਕਿਹਾ ਗਿਆ ਜੀ ਕਿ ਅਸੀਂ ਜਨਾਬ ਦਿੱਲੀ ਦੇ ਉੱਤੇ ਝੰਡੇ ਜਾ ਕੇ ਗੱਡ ਦੇਣੇ ਆ। ਕਦੀ ਅਸੀਂ ਕਿਹਾ ਗਿਆ ਕਿ ਅਸੀਂ ਇਸਰਾਈਲ ਅਮਰੀਕਾ ਦੇ ਟੁਕੜੇ ਟੁਕੜੇ ਕਰ ਦੇਣੇ ਆ। ਯਾਨੀ ਕੌਮ ਨੂੰ ਕਿਸੇ ਨਾ ਕਿਸੇ ਆਰੇ ਲਾਈ ਰੱਖਿਆ ਤਾਂ ਕਿ ਉਹ ਆਪਦੇ ਹਕੂਕ ਵਾਸਤੇ ਗੱਲ ਨਾ ਕਰਨ। ਕੌਮ ਨੂੰ ਤਕਸੀਮ ਦਰ ਤਕਸੀਮ ਕਰਤਾ ਗਿਆ। ਸਿਆਸੀ ਬੁਨਿਆਦਾਂ 'ਤੇ, ਮਜ਼ਹਬੀ ਬੁਨਿਆਦਾਂ 'ਤੇ। ਕਦੀ ਕਿਹਾ ਗਿਆ ਫਲਾਂ ਫਿਰਕਾ ਕਾਫਰ ਆ, ਉਹਦੇ ਮਗਰ ਚੜ੍ਹ ਦੌੜੋ। ਕਦੀ ਕਿਹਾ ਗਿਆ ਜੀ ਫਲਾਂ ਗੁਸਤਾਖ ਆ। ਯਾਨੀ ਕੌਮ ਦਾ ਦਿਮਾਗ ਜਿਹੜਾ ਕਿ ਨਹੀਂ ਉਹ ਉਲਝਾਈ ਰੱਖਿਆ ਇਹ ਅਸ਼ਰਾਫੀਆ ਬਦਮਾਸ਼ੀਆ ਨੇ, ਇਸ ਵਜ੍ਹਾ ਤੋਂ ਕਿ ਇਹ ਆਪਦੇ ਹਕੂਕ ਵਾਸਤੇ ਕੋਈ ਗੱਲ ਨਾ ਕਰਨ। ਅੱਜ ਤੁਸੀਂ ਦੇਖ ਲਓ, ਪੈਟਰੋਲ 458 ਰੁਪਏ ਫੀ ਲੀਟਰ ਅਤੇ ਡੀਜ਼ਲ 520 ਰੁਪਏ ਫੀ ਲੀਟਰ ਹੋ ਗਿਆ। ਇਮਰਾਨ ਖਾਨ ਦੇ ਦੌਰ ਦੇ ਵਿੱਚ 5 ਰੁਪਏ 7 ਰੁਪਏ ਪੈਟਰੋਲ ਡੀਜ਼ਲ ਦੀ ਪ੍ਰਾਈਸ ਵੱਧਦੀ ਸੀ ਅਤੇ ਇਹ ਥਰਡ ਕਲਾਸ ਫਰਾਡੀਏ ਸਹਾਫੀ ਜਿਹੜੇ ਕਿ ਨਹੀਂ ਇਹ ਘੰਟੋਂ ਪ੍ਰੋਗਰਾਮ ਕਰਦੇ ਸੀਗੇ। ਮਦਰਸਿਆਂ ਦੇ ਬੱਚੇ ਇਕੱਠੇ ਕਰਕੇ ਜਨਾਬ ਲੌਂਗ ਮਾਰਚ ਦਾ ਐਲਾਨ ਕਰਤਾ ਜਾਂਦਾ ਸੀ। ਬਿਲਾਵਲ ਸਾਹਿਬ ਜਿਹੜੇ ਆ ਉਹ ਟ੍ਰੇਨ ਦੇ ਵਿੱਚ ਆਪਦਾ ਮਜਮਾ ਲੈ ਕੇ ਤੇ ਤੁਰ ਪੈਂਦੇ ਸੀ ਜੀ, ਸਾਨੂੰ ਆਵਾਮ ਦਾ ਬੜਾ ਦਰਦ ਆ। ਅੱਜ ਨਾ ਉਹ ਸਹਾਫੀ ਬੋਲ ਰਹੇ ਆ, ਨਾ ਉਹ ਮੌਲਵੀ ਬੋਲ ਰਹੇ ਆ, ਨਾ ਉਹ ਸਿਆਸਤਦਾਨ ਬੋਲ ਰਹੇ ਆ। ਇਮਰਾਨ ਖਾਨ ਦੇ ਦੌਰ ਦੇ ਵਿੱਚ ਕੱਟੇ ਵੱਛਿਆਂ ਦਾ ਮਜ਼ਾਕ ਉਡਾਉਣ ਵਾਲੇ ਹੁਣ ਗੋਬਰ ਦੇ ਉੱਤੇ ਟੈਕਸ ਲਾਉਣ ਨੂੰ ਤੁਰੇ ਫਿਰਦੇ ਆ। ਗੋਬਰ 'ਤੇ ਲਾਓ, ਭਾਵੇਂ ਮੂਤਰ 'ਤੇ ਲਾਓ, ਇਹ ਟੈਕਸ ਇਕੱਠਾ ਕਰਕੇ ਤੁਸੀਂ ਕਿਹੜਾ ਆਵਾਮ ਦੇ ਉੱਤੇ ਲਾਉਣਾ, ਆਪਦੀਆਂ ਯਾਸ਼ੀਆਂ ਕਰਨੀਆਂ। ਆਵਾਮ ਜਿਹੜੀ ਆ ਉਹ ਉਲਝ ਰਹੀ ਇੱਕ ਦੂਸਰੇ ਦੇ ਨਾਲ। ਯਾਰ ਤੁਸੀਂ ਪੈਦਾ ਇਸ ਵਜ੍ਹਾ ਤੋਂ ਹੋਇਆ ਕਿ ਤੁਸੀਂ ਸਿਆਸਤਦਾਨਾਂ ਨੂੰ ਗਾਲਾਂ ਕੱਢਣ ਜੋਗੇ ਆ। ਆਪਦੇ ਹਕੂਕ ਵਾਸਤੇ ਬੋਲੋ। ਪਾਕਿਸਤਾਨ ਦੇ ਨੌਜਵਾਨ ਤਬਕੇ ਕੋਲ ਸਿਰਫ ਦੋ ਹੀ ਰਾਸਤੇ ਆ। ਪਹਿਲਾ ਰਾਸਤਾ ਤੇ ਹੈ ਕਿ ਪੜ੍ਹਿਆ ਲਿਖਿਆ ਨੌਜਵਾਨ ਉਹਦਾ ਕਿਤੇ ਕੋਈ ਦਾਅ ਦੱਪਾ ਲੱਗੇ ਤੇ ਉਹ ਮੁਲਕ ਛੱਡ ਕੇ ਚੱਲ ਜਾਵੇ, ਬਾਹਰ ਕਿਸੇ ਮੁਲਕ ਜਾਵੇ, ਜਾ ਕੇ ਆਪਦੀ ਬਾਇਜ਼ਤ ਤਰੀਕੇ ਦੇ ਨਾਲ ਆਪਦੀ ਜ਼ਿੰਦਗੀ ਪੂਰੀ ਕਰ ਲਵੇ। ਅਤੇ ਦੂਸਰਾ ਤਰੀਕਾ ਇਹ ਆ ਕਿ ਉਹ ਫਿਰ ਪਾਕਿਸਤਾਨ ਦੇ ਵਿੱਚ ਇਸ ਕਰਪਟ ਸਿਸਟਮ ਦਾ ਹਿੱਸਾ ਬਣ ਜਾਵੇ ਅਤੇ ਆਪਦੇ ਉਹਦੇ ਮਰਤਬੇ ਦੇ ਮੁਤਾਬਕ ਉਹ ਵੀ ਹਰਾਮ ਲਾਪੂਏ ਖਾਣ। ਤੀਸਰਾ ਚਾਰਾ ਕੋਈ ਨਹੀਂ, ਕਿਉਂਕਿ ਇੱਦਾਂ ਦੇ ਸਿਸਟਮ 'ਚ ਰਹਿ ਕੇ ਤੁਸੀਂ ਕੋਈ ਸਹੀ ਕੰਮ ਕਰ ਹੀ ਨਹੀਂ ਸਕਦੇ, ਨਾ ਤੁਹਾਨੂੰ ਕਿਸੇ ਨੇ ਕਰਨ ਦੇਣਾ। ਅਤੇ ਆਵਾਮ ਜਦ ਤੱਕ ਆਪਦੇ ਹਕੂਕ ਵਾਸਤੇ ਇਕੱਠੀ ਨਹੀਂ ਹੁੰਦੀ, ਉਹ ਯਾਰ ਇਹ ਚੋਰ ਡਾਕੂ ਇਕੱਠੇ ਆ, ਸਿਆਸਤਦਾਨ ਇਕੱਠੇ ਆ, ਸਾਫੀ ਇਕੱਠੇ ਆ। ਹੁਣ ਤੁਸੀਂ ਦੇਖ ਲਓ ਕੋਈ ਸਾਫੀ ਬੋਲਦਾ, ਹੁਣ ਇਹਨਾਂ ਦੇ ਮੂੰਹ 'ਚ ਉਹਨਾਂ ਨੇ ਹੱਡੀਆਂ ਇੱਦਾਂ ਦੀਆਂ ਪਾਤੀਆਂ ਕਿ ਹੁਣ ਨਾ ਇਹਨਾਂ ਨੂੰ ਆਵਾਮ ਦਾ ਦਰਦ ਦਿਸਦਾ, ਨਾ ਇਹਨਾਂ ਨੂੰ ਮਹਿੰਗਾਈ ਦਿਸਦੀ ਹੈ। ਕਿੰਨੇ ਕੁ ਹੁਣ ਪ੍ਰੋਗਰਾਮ ਕਰਦੇ ਆ ਸਾਫੀ, ਕਿੰਨੇ ਕੁ ਲੌਂਗ ਮਾਰਚ ਦਾ ਕੋਈ ਸਿਆਸਤਦਾਨ ਬੋਲਦਾ, ਭਾਵੇਂ ਉਹ ਕਿਸੇ ਸਿਆਸੀ ਜਮਾਤ ਦਾ। ਮਹਿੰਗਾਈ 'ਤੇ ਗੱਲ ਨਹੀਂ ਹੋ ਰਹੀ, ਇਲੈਕਸ਼ਨ ਤੁਹਾਡਾ ਚੋਰੀ ਹੋ ਜਾਂਦਾ ਹੈ। ਅੱਗੇ ਉਹ ਡਿਠਾਈ ਨਾ ਇਹ ਕਹਿੰਦੇ ਪਹਿਲੇ ਵੀ ਇੱਦਾਂ ਹੀ ਹੁੰਦਾ ਰਿਹਾ। ਅੱਛਾ, ਪਹਿਲੇ ਇੱਦਾਂ ਹੁੰਦਾ ਰਿਹਾ ਅਤੇ ਕਿਆਮਤ ਤਾਈਂ ਇੱਦਾਂ ਹੀ ਤੁਸੀਂ ਕਰਦੇ ਰਹਿਣਾ। ਫਰਾਡ, ਮੁਨਾਫਕਤ, ਹਰ ਤਰ੍ਹਾਂ ਦਾ ਗੰਦ ਸਾਡੇ ਮੁਲਕ 'ਚ ਇਕੱਠਾ ਹੋ ਚੁੱਕਿਆ। ਔਰ ਜਿਹੜਾ ਕੋਈ ਬਿਹਤਰੀ ਦੀ ਗੱਲ ਕਰਦਾ ਉਹਨੂੰ ਕਹਿੰਦੇ ਪਤਾ ਨਹੀਂ ਇਹ ਪਾਗਲ ਆ, ਕਿੱਥੋਂ ਆ ਗਿਆ। ਆਵਾਮ ਜਦ ਤੱਕ ਬਾਸ਼ਊਰ ਨਹੀਂ ਹੁੰਦੀ, ਮੁਤਹਿਦ ਨਹੀਂ ਹੁੰਦੀ ਆਪਦੇ ਹਕੂਕ ਵਾਸਤੇ। ਉਹ ਯਾਰ ਛੱਡੋ ਸਿਆਸਤਦਾਨ, ਤੁਸੀਂ ਕਿਉਂ ਇੱਕ ਦੂਸਰੇ ਨੂੰ ਗਾਲਾਂ ਕੱਢ ਰਹੇ ਆ? ਤੁਸੀਂ ਇਹਨਾਂ ਅਸ਼ਰਾਫੀਆ ਬਦਮਾਸ਼ੀਆਂ ਤੋਂ ਪੁੱਛੋ ਕਿ ਮੁਲਕ ਦੇ ਵਿੱਚ ਗਰੀਬ ਤੇ ਰੋਟੀ ਤੋਂ ਤੰਗ ਆ। ਤੁਹਾਡੇ ਪ੍ਰੋਟੋਕੋਲ, ਤੁਹਾਡੇ ਬਿਜਲੀ ਮੁਫਤ, ਤੁਹਾਡੇ ਪੈਟਰੋਲ ਮੁਫਤ, ਤੁਹਾਡੇ ਬੱਚੇ ਬਾਹਰ ਜਾ ਕੇ ਸ਼ਾਪਿੰਗਾਂ ਕਰਦੇ ਫਿਰਦੇ ਆ, ਪ੍ਰਾਈਵੇਟ ਜੈਟ ਤੁਸੀਂ ਖਰੀਦ ਰਹੇ ਆ, ਪਲਾਟ ਪਲਾਜ਼ੇ, ਤੁਹਾਡੀ ਜਾਇਦਾਦਾਂ 'ਚ ਇਜ਼ਾਫਾ ਹੁੰਦਾ ਜਾਂਦਾ ਅਤੇ ਗਰੀਬ ਭੁੱਖਾ ਮਰਦਾ ਜਾਂਦਾ, ਮੁਲਕ ਜਿਹੜਾ ਤਬਾਹ ਹੁੰਦਾ ਜਾਂਦਾ। ਤੁਹਾਨੂੰ ਇਹ ਸਵਾਲ ਪੁੱਛਣੇ ਚਾਹੀਦੇ ਔਰ ਮੁੱਥੇ ਧੋਣਾ ਚਾਹੀਦਾ। ਆਪਦੇ ਹਕੂਕ ਵਾਸਤੇ ਗੱਲ ਕਰਨੀ ਚਾਹੀਦੀ ਆ। ਜੇ ਜਗ੍ਹਾ ਕਿ ਤੁਸੀਂ ਆਪਸ ਦੇ ਵਿੱਚ ਲੜਦੇ ਮਰਦੇ ਫਿਰੋ ਸਿਆਸੀ ਬੁਨਿਆਦਾਂ 'ਤੇ, ਮਜ਼ਹਬੀ ਬੁਨਿਆਦਾਂ 'ਤੇ। ਜਦ ਤੱਕ ਆਵਾਮ ਬਾਸ਼ਊਰ ਨਹੀਂ ਹੁੰਦੀ, ਇਸ ਮੁਲਕ ਦਾ ਕੋਈ ਫਿਊਚਰ ਨਹੀਂ।